ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਬੱਦਲਵਾਈ ਜ਼ਰੂਰ ਰਹੀ ਆ, ਪਰ ਕਿਸੇ ਵੀ ਪਾਸੇ ਮੀਂਹ ਪੈਣ ਦੀ ਖਬਰ ਪ੍ਰਾਪਤ ਨਹੀਂ ਹੋਈ। ਮੌਸਮ ਵਿਭਾਗ ਨੇ ਇਹ ਗੱਲ ਕਹੀ ਸੀ ਕਿ ਲੰਘੇ ਕੱਲ੍ਹ ਤੇ ਪਰਸੋਂ 2 ਦਿਨ ਪੰਜਾਬ ਦੇ ਵਿੱਚ ਭਰਵਾਂ ਮੀਂਹ ਪੈ ਸਕਦਾ, ਪਰ ਇੱਦਾਂ ਦੀ ਖਬਰ ਨਹੀਂ ਆਈ ਤੇ 24 ਘੰਟੇ ਦੇ ਵਿੱਚ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਬੱਦਲਵਾਈ ਰਹਿਣੀ ਹੈ ਤੇ ਕਈ ਥਾਵਾਂ ਦੇ ਉੱਤੇ ਕਣੀਆਂ ਪੈ ਸਕਦੀਆਂ। ਇਹ ਗੱਲ ਸਹੀ ਸਾਬਤ ਹੋ ਜਾਣੀ ਕੁਝ ਕਹਿ ਵੀ ਨਹੀਂ ਸਕਦੇ। ਦੂਜੀ ਵੱਡੀ ਜਾਣਕਾਰੀ ਇਹ ਹੈਗੀ ਆ ਕਿ ਇਸ ਵਕਤ ਕਰੋਨਾ ਮਹਾਮਾਰੀ ਦਾ ਸਿਖਰ ਹੈ। ਲੋਕਾਂ ਨੂੰ ਰੋਟੀ ਦਾ ਫਿਕਰ ਪਿਆ ਤੇ ਲੋਕਾਂ ਨੂੰ ਜ਼ਿੰਦਗੀਆਂ ਦਾ ਫਿਕਰ ਪਿਆ। ਵੱਡੇ ਤੋਂ ਲੈ ਕੇ ਛੋਟੇ ਤੱਕ, ਦਰਮਿਆਨੇ ਤੱਕ ਸਾਰੇ ਲੋਕ ਆ ਜਿਹੜੇ ਉਹ ਕਰੋਨਾ ਪੋਜ਼ਿਟਿਵ ਹੋ ਰਹੇ ਆ। ਲੋਕ ਮੌਤ ਦੀ ਬੁੱਕਲ 'ਚ ਜਾ ਰਹੇ ਆ। ਹਾਲਾਂਕਿ ਬਰਾਬਰਤਾ ਦੀ ਗੱਲ ਕਰਨੀ ਚਾਹੀਦੀ ਹੈ, ਪਰ ਕਿਉਂਕਿ ਸਾਡੀਆਂ ਸਰਕਾਰਾਂ ਨੇ ਬਰਾਬਰ ਕਿਸੇ ਨੂੰ ਰਹਿਣ ਨਹੀਂ ਦਿੱਤਾ, ਇਸ ਕਰਕੇ ਵੱਡੇ ਛੋਟੇ ਦਾ ਜ਼ਿਕਰ ਆਪ ਮੁਹਾਰੇ ਹੋ ਜਾਂਦਾ। ਪਰ ਇਸ ਤੋਂ ਜ਼ਿਆਦਾ ਦੁੱਖ ਦੀ ਗੱਲ ਇਹ ਹੈ ਵੀ ਜਦੋਂ ਲੋਕ ਮਰ ਰਹੇ ਆ ਤਾਂ ਰਾਜਨੀਤੀ ਲਾਸ਼ਾਂ ਦੇ ਉੱਤੇ ਵੀ ਹੋ ਰਹੀ ਹੈ ਤੇ ਇੱਕ ਦੂਜੇ ਦੇ ਉੱਤੇ ਬੇਥਵੀਆਂ ਵੀ ਛੱਡੀਆਂ ਜਾ ਰਹੀਆਂ। ਮੈਂ ਹੈਰਾਨ ਹੋ ਗਿਆ ਕੱਲ੍ਹ ਜਿਹੜੀਆਂ 2 ਜਾਣਕਾਰੀਆਂ ਸਾਹਮਣੇ ਆਈਆਂ, ਉਹਦੇ ਵਿੱਚ ਇੱਕ ਤਾਂ ਇਹ ਹੈ ਕਿ ਜਿਹੜੇ ਸੁਸ਼ੀਲ ਮੋਦੀ ਆ ਬਿਹਾਰ ਦੇ ਡਿਪਟੀ CM, ਉਹਨਾਂ ਨੇ ਤੇਜਸਵੀ ਯਾਦਵ ਦੇ ਉੱਤੇ ਸ਼ਬਦਕ ਵਾਰ ਕੀਤਾ, ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਦੇ ਉੱਤੇ। ਇਹ ਗੱਲ ਕਹੀ ਆ ਵੀ ਤੁਹਾਡੇ ਕੋਲ ਜਿਹੜਾ ਘਰ ਆ ਸਰਕਾਰੀ ਜਾਂ ਹੋਰ ਕਈ ਘਰ ਆ ਤੁਹਾਡੇ ਕੋਲ, ਉਹਨੂੰ ਤੁਸੀਂ ਕਰੋਨਾ ਇਕਾਂਤਵਾਸ ਕੇਂਦਰ ਬਣਾ ਲਓ ਤੇ ਤੁਹਾਡੀਆਂ 2 ਭੈਣਾਂ ਨੇ MBBS ਕੀਤੀ ਹੋਈ ਆ, ਉਹ ਸੇਵਾ ਕਰ ਲੈਣ ਜਿਹੜੀ ਕਰਨੀ ਆ। ਇਸ ਗੱਲ ਦੇ ਉੱਤੇ ਲਾਲੂ ਪ੍ਰਸਾਦ ਯਾਦਵ ਦੀ ਇੱਕ ਧੀ ਰੋਹਿਣੀ ਆਚਾਰੀਆ ਕਲਪੀ ਹੈ। ਉਹਨੇ ਇੱਥੋਂ ਤੱਕ ਗੱਲ ਕਹਿ ਦਿੱਤੀ ਹੈ ਸੁਸ਼ੀਲ ਮੋਦੀ ਨੂੰ ਕਿ ਅੱਜ ਤਾਂ ਮੇਰਾ ਤੇ ਮੇਰੀ ਭੈਣ ਦਾ ਜ਼ਿਕਰ ਤੂੰ ਕਰਤਾ ਕਿਸੇ ਮਾਮਲੇ ਦੇ ਵਿੱਚ, ਜੇ ਭਵਿੱਖ ਦੇ ਵਿੱਚ ਕਦੇ ਦੁਬਾਰਾ ਇੱਦਾਂ ਬੋਲਿਆ ਮੂੰਹ ਤੋੜ ਦੇਣਾ ਮੈਂ ਤੇਰਾ ਤੇ ਨਾਸਾਂ ਦੇ ਵਿੱਚੋਂ ਲਹੂ ਕੱਢ ਕੇ ਛੱਡੋ। ਮਤਲਬ ਇਹ ਆ ਵੀ ਰਾਜਨੀਤੀ ਇਸ ਕਦਰ ਹੋ ਰਹੀ ਹੈ, ਇੱਕ ਦੂਜੇ ਦੇ ਉੱਤੇ ਵਾਰ ਕੀਤੇ ਜਾ ਰਹੇ ਸ਼ਬਦਕ, ਨਾਸਾਂ ਭੰਨ ਦੂੰ, ਭੈਣ ਨੂੰ ਇੱਧਰ ਲਾ ਲਓ, ਘਰ ਤੁਸੀਂ ਆਪਣਾ ਇਕਾਂਤਵਾਸ ਕੇਂਦਰ ਬਣਾ ਲਓ। ਲੋਕ ਬਿਹਾਰ 'ਚ ਵੀ ਮਰ ਰਹੇ ਆ, ਪੂਰੇ ਭਾਰਤ ਦੇ ਵਿੱਚ ਲਗਾਤਾਰ ਲੋਕ ਮਰ ਰਹੇ ਆ, ਪਰ ਇੱਦਾਂ ਦੇ ਬਿਆਨ ਦੇ ਕੇ ਖੁਦ ਨੂੰ ਚਮਕਾਉਣ ਦੀਆਂ ਕੋਸ਼ਿਸ਼ਾਂ ਕਈ ਲੋਕ ਕਰ ਰਹੇ ਆ। ਇੱਕ ਹੋਰ ਹੈਰਾਨੀ ਵਾਲੀ ਖਬਰ ਆਈ ਆ, ਉਹ ਇਹ ਆ ਕਿ ਮੇਰਠ ਦੇ ਵਿੱਚ ਨਕਲੀ ਆਕਸੀਮੀਟਰ ਬਣਾਉਣ ਵਾਲੇ ਲੋਕ ਫੜੇ ਗਏ ਆ। 5 ਲੋਕ ਫੜੇ ਆ, 8-8 ਜਮਾਤਾਂ ਪਾਸ ਆਏ 5 ਜਣੇ। ਇਹਨਾਂ ਦੇ ਵਿੱਚੋਂ ਇੱਕ ਜਣਾ ਗੈਸ ਕਟਰ ਬਣਾਉਣ ਦਾ ਕੰਮ ਕਰਦਾ ਸੀ, ਪਰ ਜਦੋਂ ਕਰੋਨਾ ਮਹਾਮਾਰੀ ਛਿੜੀ ਤੇ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਵੀ ਕਿਉਂ ਨਾ ਆਪਾਂ ਨਕਲੀ ਆਕਸੀਮੀਟਰ ਬਣਾ ਕੇ ਤੇ ਆਪਦਾ ਦਿਹਾੜੀ ਦੱਪਾ ਵਧੀਆ ਤਰੀਕੇ ਨਾਲ ਪਾਈਏ। ਇਹ 2,500 ਤੋਂ ਲੈ ਕੇ 3,500 ਰੁਪਏ ਦਾ ਇੱਕ ਆਕਸੀਮੀਟਰ ਵੇਚਦੇ ਸੀਗੇ। ਪਿਛਲੇ 2-2.5 ਮਹੀਨਿਆਂ ਦੇ ਵਿੱਚ ਇਹਨਾਂ ਨੇ 5,000 ਆਕਸੀਮੀਟਰ ਵੇਚ ਦਿੱਤਾ। ਯਾਨੀ ਕਿ ਜ਼ਿੰਦਗੀ ਦੇ ਨਾਲ ਖਿਲਵਾੜ ਇਹਨਾਂ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਸੀਗਾ। ਮਾਰ ਕੇ ਲਾਉਂਦੇ ਸੀਗੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਤੇ ਨਕਲੀ ਆਕਸੀਮੀਟਰ ਬਣਾਉਂਦੇ ਸੀ। ਨਾ ਇਹਨਾਂ ਨੂੰ ਗੁਣਵੱਤਾ ਦਾ ਪਤਾ, ਨਾ ਇਹਨਾਂ ਨੂੰ ਇਹ ਪਤਾ ਵੀ ਕਿਹੜੇ ਕਿਹੜੇ ਮਾਪਦੰਡ ਹੋਣੇ ਚਾਹੀਦੇ ਆ। ਯਾਨੀ ਕਿ ਭਾਰਤ ਦੇ ਵਿੱਚ ਆਹ ਕੁਝ ਛਿੜ ਪੈਂਦਾ ਕਈ ਥਾਵਾਂ ਦੇ ਉੱਤੇ ਜਦੋਂ ਲੋਕ ਮੁਸੀਬਤ ਦੇ ਵਿੱਚ ਫਸੇ ਹੁੰਦੇ ਆ। ਤੇ ਇਹਨਾਂ ਵੱਲੋਂ ਬਣਾਏ ਗਏ ਆਕਸੀਮੀਟਰ ਕਿਹੋ ਜੀ ਆਕਸੀਜਨ ਦੀ ਜਾਂਚ ਪੜਤਾਲ ਕਰਦੇ ਹੋਣਗੇ ਤੇ ਕਿਵੇਂ ਆਕਸੀਜਨ ਵਧਾਉਂਦੇ ਤੇ ਘਟਾਉਂਦੇ ਹੋਣਗੇ, ਇਹਦੇ ਬਾਰੇ ਅੰਦਾਜ਼ਾ ਲਾਉਣਾ ਔਖਾ ਵੀ ਨਹੀਂ ਆ। ਸੋ ਭਾਰਤ ਦੇ ਵਿੱਚ ਇਹਨਾਂ ਗੱਲਾਂ ਦੇ ਵੱਲ ਵੀ ਖਿਆਲ ਕਰਨਾ ਚਾਹੀਦਾ ਕਿ ਜਿਹੜੀ ਚੀਜ਼ ਤੁਹਾਡੇ ਹੱਥ ਦੇ ਵਿੱਚ ਹੈ, ਇਹ ਜ਼ਰੂਰੀ ਨਹੀਂ ਕਿ ਵੱਡੇ ਮਾਰਕੇ ਵਾਲੀ ਹੈ ਤੇ ਸਹੀ ਹੀ ਹੋਵੇ। ਕੋਈ ਪਤਾ ਨਹੀਂ ਕਿਹਨੇ ਕਿਹਦਾ ਮਾਰਕਾ ਲਾਤਾ ਹੋਵੇ। ਜਿਵੇਂ ਲੀੜਿਆਂ ਦੇ ਵਿੱਚ ਬਹੁਤ ਕੁਝ ਹੁੰਦਾ ਵੀ ਲੀੜਾ ਸਧਾਰਨ ਕੰਪਨੀ ਦਾ ਉੱਤੇ ਮਹਿੰਗਾ ਠੱਪਾ ਲੱਗਾ ਹੁੰਦਾ, ਉਵੇਂ ਦਵਾਈਆਂ ਦੇ ਉੱਤੇ ਵੀ ਠੱਪੇ ਇਵੇਂ ਲੱਗ ਰਹੇ ਆ, ਉਵੇਂ ਆਕਸੀਮੀਟਰ ਦੇ ਉੱਤੇ ਵੀ ਲੱਗ ਰਹੇ ਆ। ਜਿਹੜੀ ਹੁਣ ਇੱਕ ਵੱਡੀ ਖਬਰ ਪਹਿਲੀ ਆ ਉਹ ਇਹ ਆ ਕਿ ਇਸ ਵਕਤ ਅਮਿਤਾਭ ਬੱਚਨ ਦੇ ਸਫਾਈ ਵਾਲੇ ਇੱਕ ਪੱਤਰ ਦੀ ਬੜੀ ਚਰਚਾ ਛਿੜੀ ਹੋਈ ਆ। 2011 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਮਿਤਾਭ ਬੱਚਨ ਦੇ ਵੱਲੋਂ ਇੱਕ ਖੱਤ ਲਿਖਿਆ ਗਿਆ, ਜਿਹੜਾ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਿਹਾ। ਆਪਾਂ ਜਾਣਦੇ ਕਿ ਅਮਿਤਾਭ ਬੱਚਨ ਦਾ ਵਿਵਾਦ ਇਸ ਵਕਤ ਛਿੜਿਆ ਹੋਇਆ। 2 ਕਰੋੜ ਰੁਪਈਆ ਅਮਿਤਾਭ ਬੱਚਨ ਨੇ ਜਦੋਂ ਇਕਾਂਤਵਾਸ ਕੇਂਦਰ ਜਿਹੜਾ ਕਿ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਵਿੱਚ ਬਣਾਇਆ ਗਿਆ, ਉੱਥੇ ਦਾਨ ਦਿੱਤਾ। ਤਾਂ ਬਾਅਦ ਦੇ ਵਿੱਚ ਕਈ ਪੰਥਕ ਜਥੇਬੰਦੀਆਂ ਨੇ, ਕਈ ਸਿੱਖ ਕਤਲੇਆਮ ਪੀੜਤ ਪਰਿਵਾਰਕ ਮੈਂਬਰਾਂ ਨੇ, ਮਨਜੀਤ ਸਿੰਘ ਜੀਕੇ ਤੇ ਕਈ ਹੋਰਨਾਂ ਰਾਜਨੀਤਿਕ ਨੇਤਾਵਾਂ ਨੇ ਇਹ ਗੱਲ ਕਹੀ ਕਿ ਸਿਰਸੇ ਨੂੰ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ। ਜੀਕੇ ਹੋਰਾਂ ਨੇ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਂ ਦੇ ਉੱਤੇ ਪੱਤਰ ਵੀ ਦਿੱਤਾ ਤੇ ਇਹ ਗੱਲ ਕਹੀ ਆ ਕਿ ਇਹ ਬੰਦਾ ਤਾਂ ਕਤਲੇਆਮ ਵਾਲੇ ਲੋਕਾਂ ਦੇ ਨਾਲ ਅੰਦਰ ਖਾਤੇ ਮਿਲਿਆ ਹੋਇਆ ਸਿਰਸਾ, ਇਹਨੂੰ ਪਾਰਟੀ ਦੇ ਵਿੱਚੋਂ ਪੰਥ ਦੇ ਵਿੱਚੋਂ ਖਤਮ ਕਰ ਦੇਣਾ ਚਾਹੀਦਾ, ਬਾਹਰ ਕੱਢ ਦੇਣਾ ਚਾਹੀਦਾ। ਪਰ ਉਸ ਤੋਂ ਇਲਾਵਾ ਗੱਲ ਇਹ ਹੈ ਕਿ 10 ਕਰੋੜ ਰੁਪਈਆ ਇਸ ਤੋਂ ਪਹਿਲਾਂ ਵੀ ਅਮਿਤਾਭ ਬੱਚਨ ਨੇ ਦਿੱਤਾ, ਦਾਨ ਕੀਤਾ ਹੋਇਆ। ਯਾਨੀ ਕਿ ਗੱਲ ਸਿਰਫ 2 ਕਰੋੜ ਦੀ ਛਿੜਦੀ ਹੈ, ਜਦ ਕਿ ਜੀਕੇ ਨੇ ਗੱਲ ਕਹੀ ਹੈ ਕਿ 12 ਕਰੋੜ ਰੁਪਈਆ ਹੁਣ ਤੱਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਾਨ ਮਿਲਿਆ ਅਮਿਤਾਭ ਬੱਚਨ ਦੇ ਕੋਲੋਂ। ਤੇ ਇਸ ਬੰਦੇ ਦੇ ਕੋਲੋਂ 12 ਕਰੋੜ ਤੱਕ ਹੀ 12 ਅਰਬ ਵੀ ਨਹੀਂ ਲੈਣਾ ਚਾਹੀਦਾ ਜੀਕੇ ਦੇ ਕਹਿਣ ਮੁਤਾਬਕ, ਕਿਉਂਕਿ ਇਸ ਬੰਦੇ ਦੇ ਉੱਤੇ ਸਿੱਖਾਂ ਦਾ ਕਤਲੇਆਮ ਕਰਵਾਉਣ ਦੇ ਇਲਜ਼ਾਮ ਲੱਗੇ ਆ। ਇਹ ਵੀ ਗੱਲ ਕਹੀ ਸੀ ਉਹਨਾਂ ਨੇ ਪਿਛਲੇ ਦਿਨੀ ਵੀ ਜਦੋਂ ਇੰਦਰਾ ਗਾਂਧੀ ਦੀ ਲਾਸ਼ ਪਈ ਸੀ,
उस वक्त अमिताभ बच्चन ने कोले खड़ के कहा सी कि खून का बदला खून ही होना चाहिए ਤੇ ਇਹੋ ਜਿਹੇ ਇਹਨੇ ਉਕਸਾਉਣ ਵਾਲੇ ਨਾਰੇ ਲਾਏ ਜਿਹਦੇ ਕਰਕੇ ਬਾਅਦ ਦੇ ਵਿੱਚ ਕਤਲੇਆਮ ਸ਼ੁਰੂ ਹੋ ਗਿਆ। ਇਸ ਕਰਕੇ ਇਸ ਬੰਦੇ ਨੂੰ ਕਦੇ ਮਾਫ ਨਹੀਂ ਕਰਨਾ ਚਾਹੀਦਾ। ਕੁਝ ਲੋਕ ਸੋਸ਼ਲ ਮੀਡੀਆ ਤੇ ਇਹ ਵੀ ਗੱਲ ਲਿਖਦੇ ਆ ਵੀ ਜੇ ਕੱਲ ਨੂੰ ਸੱਜਣ ਕੁਮਾਰ ਕਵੇ ਜੀ ਕਿ 50 ਕਰੋੜ ਰੁਪਈਆ ਮੈਥੋਂ ਲੈ ਲਓ, ਮੈਂ ਤਾਂ ਹੁਣ ਦਾਨ ਕਰਨਾ ਚਾਹੁੰਦਾ, ਕੀ ਆਪਾਂ ਲੈ ਲਾਂਗੇ? ਸੋ ਅਮਿਤਾਭ ਬੱਚਨ ਤੋਂ ਵੀ ਨਹੀਂ ਲੈਣੇ ਚਾਹੀਦੇ। ਪਰ ਕੁਝ ਕੁ ਲੋਕਾਂ ਨੇ ਕਹਿਣਾ ਕਿ ਦਿੱਲੀ ਕਮੇਟੀ ਦੀਆਂ ਚੋਣਾਂ ਕਰੋਨਾ ਕਰਕੇ ਕਿਉਂਕਿ ਅੱਗੇ ਪੈ ਗਈਆਂ, ਇਸ ਕਰਕੇ ਹੁਣ ਰਾਜਨੀਤੀ ਕੀਤੀ ਜਾ ਰਹੀ ਹੈ। ਜਦੋਂ ਉਹਨੇ ਦਾਨ ਦਿੱਤਾ, ਦਾਨ ਸਵੀਕਾਰ ਕਰ ਲਿਆ ਜਾਂ ਪੈਸੇ ਵਾਪਸ ਕਰ ਲਓ ਜਾਂ ਜਿਵੇਂ ਵੀ ਕਰ ਲਓ, ਪਰ ਇਸ ਮਸਲੇ ਦਾ ਪੜੋਲ ਨਹੀਂ ਬਣਾਉਣਾ ਚਾਹੀਦਾ। ਲੋਕਾਂ ਦੇ ਆਪੋ ਆਪਣੇ ਵਿਚਾਰ ਆ ਸਭ ਦੇ। ਪਰ ਜਿਹੜਾ ਅਮਿਤਾਭ ਬੱਚਨ ਦਾ 2011 ਦੇ ਵਿੱਚ ਲਿਖਿਆ ਗਿਆ ਖਤ ਆ, ਉਹਦੇ ਵਿੱਚ ਉਹਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਸਿੱਖਾਂ ਦਾ ਦੋਖੀ ਨਹੀਂ, ਮੈਂ ਸਿੱਖਾਂ ਦਾ ਵੀ ਸਤਿਕਾਰ ਕਰਦਾ। ਮੈਨੂੰ ਤੁਸੀਂ ਬੁਲਾਇਆ ਸੀ ਇੱਥੇ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ, ਪਰ ਮੈਂ ਤਾਂ ਕਰਕੇ ਨਹੀਂ ਆ ਰਿਹਾ ਕਿਉਂਕਿ ਮੇਰੇ ਆਉਣ ਦੇ ਕਰਕੇ ਵਿਵਾਦ ਪੈਦਾ ਹੋ ਸਕਦਾ। ਮਤਲਬ ਉਹਨੂੰ ਬੁਲਾਇਆ ਗਿਆ ਸੀ ਅਨੰਦਪੁਰ ਸਾਹਿਬ ਦੇ ਵਿੱਚ, ਉਹ ਆਇਆ ਇਸ ਕਰਕੇ ਨਹੀਂ ਵੀ ਕਿਤੇ ਵਿਵਾਦ ਨਾ ਪੈਦਾ ਹੋ ਜੇ। ਤੇ ਹੁਣ ਜਿਹੜੇ ਲੋਕ ਇਹ ਗੱਲ ਕਹਿੰਦੇ ਕਿ ਐ ਨਹੀਂ, ਐ ਹੈ, ਫਲਾਣਾ ਹੈ, ਢਿੰਗੜਾ ਹੈ, ਉਦੋਂ ਉਹ ਲੋਕ ਵੀ ਨਾਲ ਹੀ ਸੀਗੇ ਜਿਨ੍ਹਾਂ ਦੀ ਉਸ ਵਕਤ ਸਰਕਾਰ ਸੀ ਪੰਜਾਬ। 2011 ਦੇ ਵਿੱਚ ਪੰਜਾਬ ਸਰਕਾਰ ਨੇ ਖਾਲਸਾ ਪੰਥ ਦੇ ਜਨਮ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਤਿਹਾਸਕ ਖਾਲਸਾ ਵਿਰਾਸਤ ਕੰਪਲੈਕਸ ਦੇ ਉਦਘਾਟਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਮਿਤਾਭ ਬੱਚਨ ਨੂੰ ਸੱਦਾ ਭੇਜਿਆ ਸੀ। ਇਸ ਨੂੰ ਸਵੀਕਾਰ ਕਰ ਲੈਣ ਤੋਂ ਬਾਅਦ ਸਿਰਫ ਇਸ ਕਰਕੇ ਇਨਕਾਰ ਕਰ ਦਿੱਤਾ ਗਿਆ ਕਿ ਉਹ ਇਸ ਇਤਿਹਾਸਕ ਸਮਾਗਮ ਦੇ ਵਿੱਚ ਕਿਸੇ ਸ਼ਰਮਿੰਦਗੀ ਦਾ ਕਾਰਨ ਨਹੀਂ ਬਣਨਾ ਚਾਹੁੰਦੇ ਸਨ। ਸਮਾਗਮ ਖਤਮ ਹੋ ਜਾਣ ਤੋਂ ਬਾਅਦ ਉਹਨਾਂ ਨੇ ਆਪਣੇ ਉੱਤੇ ਲਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਸੀ। ਅਮਿਤਾਭ ਬੱਚਨ ਨੇ ਇਹਦੇ ਵਿੱਚ ਸਾਫ਼ ਲਿਖਿਆ ਕਿ ਨਹਿਰੂ ਗਾਂਧੀ ਪਰਿਵਾਰ ਦੇ ਨਾਲ ਮੇਰੇ ਨੇੜਲੇ ਸੰਬੰਧ ਰਹੇ ਨੇ। ਹਰ ਸੁੱਖ ਦੁੱਖ ਦੇ ਵਿੱਚ ਅਸੀਂ ਇੱਕ ਦੂਜੇ ਦੇ ਘਰ ਆਉਂਦੇ ਜਾਂਦੇ ਸਾਂ। 1984 ਦੇ ਵਿੱਚ ਸਿੱਖ ਕਤਲੇਆਮ ਦੀ ਘਟਨਾ ਦੇਸ਼ ਦੇ ਇਤਿਹਾਸ ਦੇ ਵਿੱਚ ਹਮੇਸ਼ਾ ਇੱਕ ਧੁੰਦਲੀ ਤੇ ਕਾਲੇ ਅਧਿਆਏ ਦੇ ਤੌਰ ਦੇ ਉੱਤੇ ਜਾਣੀ ਜਾਵੇਗੀ। ਉਹ ਸਿੱਖਾਂ ਦੀਆਂ ਭਾਵਨਾਵਾਂ ਦਾ ਕਦੇ ਵੀ ਕਤਲ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦਾ ਪਰਿਵਾਰ ਸਿੱਖੀ ਦੇ ਬਾਰੇ ਚੰਗੀ ਤਰ੍ਹਾਂ ਜਾਣਦਾ। ਉਹ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਦੇ ਬਾਰੇ ਆਪਣੇ ਉੱਤੇ ਲੱਗੇ ਦੋਸ਼ਾਂ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਨੇ ਤੇ ਉਹ ਕਦੇ ਵੀ ਸੋਚ ਨਹੀਂ ਸਕਦੇ ਕਿ ਇਹਦਾ ਕਤਲੇਆਮ ਦੀ ਗੱਲ ਕੀਤੀ ਜਾਵੇ। 1984 ਦੇ ਵਿੱਚ ਹਿੰਸਾ ਭੜਕਾਉਣ ਸੰਬੰਧੀ ਸਾਰੇ ਦੋਸ਼ ਗਲਤ ਨੇ। ਹੁਣ ਇਹ ਪੱਤਰ ਉਸ ਵੇਲੇ ਸਾਹਮਣੇ ਆਇਆ ਜਦੋਂ ਅਮਿਤਾਭ ਬੱਚਨ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 12 ਕਰੋੜ ਰੁਪਈਆ ਦਾਨ ਦੇ ਵਿੱਚ ਦਿੱਤਾ ਗਿਆ। ਮਨਜੀਤ ਸਿੰਘ ਜੀਕੇ ਨੇ ਇਸ ਸੰਬੰਧ ਦੇ ਵਿੱਚ ਅਕਾਲ ਤਖਤ ਨੂੰ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਪੱਤਰ ਵੀ ਦਿੱਤਾ ਹੈ। ਇਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ ਦਾਨ ਸਿੱਖ ਰਵਾਇਤਾਂ ਦੇ ਖਿਲਾਫ ਲਿਆ ਗਿਆ ਕਿਉਂਕਿ ਅਮਿਤਾਭ ਬੱਚਨ ਸਿੱਖ ਵਿਰੋਧੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਅਮਿਤਾਭ ਬੱਚਨ ਦਾ ਜਿਹੜਾ ਇਹ ਖਤ ਵਾਇਰਲ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਜਿਹਦੀਆਂ ਹੁਣ ਖਬਰਾਂ ਵੀ ਬਣ ਗਈਆਂ, ਇਹ ਸੱਚਾ ਜਾਂ ਝੂਠਾ ਅਸੀਂ ਇਸ ਮਾਮਲੇ ਦੇ ਵਿੱਚ ਟਿੱਪਣੀ ਨਹੀਂ ਕਰਦੇ ਕਿਉਂਕਿ ਅਮਿਤਾਭ ਬੱਚਨ ਨੇ ਖੁਦ ਇਸ ਮਾਮਲੇ ਤੇ ਕੁਝ ਨਹੀਂ ਕਿਹਾ ਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੋਈ ਗੱਲ ਨਹੀਂ ਕਹੀ ਗਈ। ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਤੇ ਕੋਈ ਸਫਾਈ ਨਹੀਂ ਦਿੱਤੀ। ਪਰ ਜੇਕਰ ਇਹ ਖਤ ਸਹੀ ਹੈ, ਜੇਕਰ ਮੈਂ ਸ਼ਬਦ ਵਰਤਦਾ ਤਾਂ ਇਹਦੇ ਵਿੱਚੋਂ ਇੱਕ ਨਵੀਂ ਗੱਲ ਨਿਕਲ ਕੇ ਆਉਂਦੀ ਹੈ। 2011 ਦੇ ਵਿੱਚ ਵਿਰਾਸਤ-ਏ ਖਾਲਸਾ ਦਾ ਉਦਘਾਟਨ ਕਰਨ ਦੇ ਮੌਕੇ ਇਹਦਾ ਮਤਲਬ ਇਹ ਹੈ ਕਿ ਅਮਿਤਾਭ ਬੱਚਨ ਨੂੰ ਸੱਦਿਆ ਗਿਆ ਸੀ ਮਹਿਮਾਨ ਦੇ ਤੌਰ ਤੇ ਫਿਰ ਉਦੋਂ ਕਿਹੜਾ ਅਮਿਤਾਭ ਬੱਚਨ ਆ ਜਿਹੜਾ ਉਹ ਸਿੱਖਾਂ ਦਾ ਵੈਰੀ ਨਹੀਂ ਸੀ। ਜੇਕਰ ਆਪਾਂ ਹੁਣ ਦੋਸ਼ ਲਾਉਨੇ ਤਾਂ ਉਹ ਉਦੋਂ ਵੀ ਕਤਲੇਆਮ ਦੇ ਮਾਮਲੇ ਦੇ ਵਿੱਚ ਇਵੇਂ ਹੀ ਉਹਦੇ ਤੇ ਦੋਸ਼ ਲੱਗਦੇ ਸੀਗੇ, ਪਰ ਫਿਰ ਉਹਨੂੰ ਸੱਦਿਆ ਹੀ ਕਿਉਂ ਗਿਆ? ਇਸ ਖਤ ਦੇ ਵਿੱਚ ਉਹਨੇ ਗੱਲ ਲਿਖੀ ਹੈ ਕਿ ਮੈਂ ਇਸ ਕਰਕੇ ਨਹੀਂ ਆਇਆ ਕਿਉਂਕਿ ਵਿਵਾਦ ਪੈਦਾ ਹੋ ਸਕਦਾ ਤੇ ਸ਼ਰਮਿੰਦਗੀ ਦਾ ਕਾਰਨ, ਨਮੋਸ਼ੀ ਦਾ ਕਾਰਨ ਨਾ ਬਣੇ ਮੇਰਾ ਆਉਣਾ। ਮਤਲਬ ਇਹ ਵੀ ਸੱਦਿਆ ਗਿਆ ਸੀ, ਉਹ ਆਇਆ ਨਹੀਂ ਤੇ ਉਹਨੇ ਬਾਅਦ ਦੇ ਵਿੱਚ ਚਿੱਠੀ ਲਿਖੀ ਹੈ। ਹਾਲਾਂਕਿ ਇਸ ਚਿੱਠੀ ਦੇ ਉੱਤੇ, ਇਸ ਖਤ ਦੇ ਉੱਤੇ ਸ਼੍ਰੋਮਣੀ ਕਮੇਟੀ ਨੂੰ ਜਾਂ ਜਥੇਦਾਰ ਸਾਹਿਬ ਨੂੰ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ, ਸਫਾਈ ਦੇਣੀ ਚਾਹੀਦੀ ਹੈ। ਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਕਿਵੇਂ ਰਾਜਨੀਤੀ ਦੇ ਚੱਲਦਿਆਂ ਕਈ ਕਿਸਮ ਦੇ ਮੁੱਦੇ ਖੋਲ੍ਹੇ ਜਾਂਦੇ ਆ। ਹਾਲਾਂਕਿ ਮੈਂ ਇਹ ਨਹੀਂ ਗੱਲ ਕਹਿੰਦਾ ਕਿ ਅਤੀਤ ਦੇ ਵਿੱਚ ਬੰਦੇ ਨਾਲ ਜੋ ਜੁੜਿਆ ਹੋਵੇ ਉਹ ਪੈਸੇ ਦੇ ਕੇ ਖਤਮ ਹੋ ਜਾਂਦਾ। ਭਾਵੇਂ ਤੁਸੀਂ ਜੋ ਮਰਜ਼ੀ ਕਰੀ ਜਾਓ ਪਰ ਤੁਹਾਡਾ ਜਿਹੋ ਜਿਹਾ ਕਾਲਾ ਅਤੀਤ ਹੋਵੇ ਉਹ ਉਵੇਂ ਲੋਕਾਂ ਦੇ ਚੇਤੇ ਦੇ ਵਿੱਚ ਵਸਿਆ ਰਹਿੰਦਾ। ਤੁਸੀਂ ਜਿੰਨੇ ਮਰਜ਼ੀ ਵੱਡੇ ਕੱਦ ਦੇ ਵਿਅਕਤੀ ਕਿਉਂ ਨਾ ਬਣ ਜਾਓ ਪਰ ਲੋਕ ਪੁਰਾਣੀਆਂ ਗੱਲਾਂ ਭੁੱਲਦੇ ਨਹੀਂ ਤੇ ਭੁੱਲਣਯੋਗ ਵੀ ਨਹੀਂ। ਇਹਦਾ ਮਤਲਬ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ, ਕੱਲ ਨੂੰ ਟਾਈਟਲਰ ਇਹ ਗੱਲ ਕਵੇ ਕਿ ਜੀ ਮੈਂ ਤਾਂ ਹੁਣ ਲੰਗਰ ਲਗਾਤਾਰ ਲਾਇਆ ਕਰਦਾ, ਮੇਰੀਆਂ ਪਿਛਲੀਆਂ ਗੱਲਾਂ ਭੁੱਲ ਜਾਓ, ਆਪਾਂ ਭੁੱਲ ਨਹੀਂ ਸਕਦੇ। ਉਹ ਕਵੇ ਜੀ ਮੈਂ ਤਾਂ ਹੁਣ ਕਤਲੇਆਮ ਪੀੜਤ ਪਰਿਵਾਰਕ ਮੈਂਬਰਾਂ ਦੀ ਮਦਦ ਕਰਨੀ ਚਾਹੁੰਦਾ, ਕੀ ਜਿਨ੍ਹਾਂ ਦੇ ਜੀ ਗਵਾਚੇ ਆ ਉਹ ਸਾਰਾ ਕੁਝ ਭੁੱਲ ਜਾਣਗੇ? ਇਸ ਵਾਲਾ ਨੇ ਸਵਾਲ ਹੈ। ਸੋ ਅਮਿਤਾਭ ਬੱਚਨ ਨੇ ਕਿਹਾ ਜੀ ਕਿ ਮੈਂ ਇਹ ਕੁਝ ਨਹੀਂ ਕੀਤਾ ਸੀ। ਸਿੱਖ ਭਾਈਚਾਰੇ ਦੇ ਵੱਡੀ ਗਿਣਤੀ ਦੇ ਵਿੱਚ ਲੋਕ ਕਹਿੰਦੇ ਵੀ ਅਮਿਤਾਭ ਬੱਚਨ ਦਾ ਨਾਮ ਵੱਜਦਾ ਉਸ ਮਾਮਲੇ ਦੇ ਵਿੱਚ, ਕਸੂਰਵਾਰਾਂ ਦੇ ਵਿੱਚ। ਸੋ ਦੋਵਾਂ ਦੇ ਵਿੱਚੋਂ ਇਸ ਵਕਤ ਸੱਚਾ ਕੌਣ ਆ, ਝੂਠਾ ਕੌਣ ਆ, ਇਹਦੇ ਬਾਬਤ ਸੋਸ਼ਲ ਮੀਡੀਆ ਦੇ ਉੱਤੇ ਵੱਖ-ਵੱਖ ਲੋਕਾਂ ਦੇ ਵੱਖੋ ਵੱਖਰੇ ਵਿਚਾਰ ਹੈ। ਪਰ ਅਮਿਤਾਭ ਬੱਚਨ ਦੇ ਬਾਰੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹੀ ਚਰਚਾ ਚੱਲੀ ਹੈ ਵੀ ਭਾਵੇਂ ਉਹ ਮਹਾਨਾਇਕ ਬਣ ਜੇ ਫਿਲਮਾਂ ਦੇ ਵਿੱਚ, ਪਰ ਸਿੱਖ ਭਾਈਚਾਰੇ ਦੇ ਲਈ ਉਹਨੇ ਜੋ ਰੋਲ ਨਿਭਾਇਆ, ਜਿਵੇਂ ਉਹਨੇ ਉਕਸਾਇਆ, ਜਿਵੇਂ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਦੂਰਦਰਸ਼ਨ ਦੇ ਉੱਤੇ ਜਿਹੜਾ ਪ੍ਰੋਗਰਾਮ ਚੱਲਿਆ ਉਹਦੇ ਵਿੱਚ ਵੀ ਉਹ ਨਾਰਾ ਆਇਆ ਸੀ ਜਦੋਂ ਇੰਦਰਾ ਗਾਂਧੀ ਦੀ ਲਾਸ਼ ਦੇ ਕੋਲੇ ਖੜ ਕੇ ਅਮਿਤਾਭ ਬੱਚਨ ਨੇ ਕਿਹਾ ਕਿ ਖੂਨ ਕਾ ਬਦਲਾ ਖੂਨ ਹੋਣਾ ਚਾਹੀਏ। ਇਸ ਮਾਮਲੇ ਦੇ ਉੱਤੇ ਹੁਣ ਤਾਜ਼ਾ ਤਾਂ ਕੋਈ ਟਿੱਪਣੀ ਨਹੀਂ ਕੀਤੀ ਅਮਿਤਾਭ ਬੱਚਨ ਨੇ, ਪਰ ਇਸ ਖਤ ਦੀ ਬੜੇ ਵੱਡੇ ਪੱਧਰ ਦੇ ਉੱਤੇ ਚਰਚਾ ਛਿੜੀ ਹੋਈ ਹੈ।
ਲੰਘੇ ਕੱਲ ਅਰਦਾਸ ਕਰਨ ਵਾਲੀਆਂ ਦੋ ਕਲਿੱਪਾਂ ਬਹੁਤ ਵੱਡੇ ਪੱਧਰ ਦੇ ਉੱਤੇ ਵਾਇਰਲ ਹੋਈਆਂ। ਅਰਦਾਸ ਨੂੰ ਅਸੀਂ ਹਰ ਰੋਜ਼ ਹੀ ਕਰਦੇ ਹਾਂ। ਸਿੱਖ ਭਾਈਚਾਰਾ ਅਰਦਾਸ ਕਰਦਾ, ਖੁਸ਼ੀ ਦੇ ਮੌਕੇ ਵੀ, ਗਮੀ ਦੇ ਮੌਕੇ ਵੀ। ਅਸੀਂ ਜਦੋਂ ਪਾਠ ਕਰਦੇ ਹਾਂ ਉਸ ਤੋਂ ਬਾਅਦ ਅਰਦਾਸ ਹੁੰਦੀ ਹੈ, ਉਹਦੇ ਵਿੱਚ ਸਿੱਖ ਇਤਿਹਾਸ ਦੀ ਗੱਲ ਵੀ ਛਿੜਦੀ ਹੈ ਅਤੇ ਬਹੁਤ ਕੁਝ ਉਹਦੇ ਵਿੱਚ ਸਮੋਇਆ ਹੋਇਆ। ਜਦੋਂ ਅਸੀਂ ਉਹਨੂੰ ਸੁਣਦੇ ਹਾਂ ਜਾਂ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਉਦੋਂ ਮਨ ਦੇ ਵਿੱਚ ਬਹੁਤ ਸਾਰੀਆਂ ਖਿਆਲ ਉਡਾਰੀਆਂ ਹੁੰਦੀਆਂ ਵੀ ਭਾਈ ਸਾਡੇ ਉੱਤੇ ਅਤੀਤ ਦੇ ਵਿੱਚ ਆਹ ਕੁਝ ਹੋਇਆ ਵਾਪਰਿਆ। ਪਰ ਗੱਲ ਇਹ ਹੈ ਵੀ ਅਰਦਾਸ ਕਰਨ ਦੀ ਕੋਈ ਮਰਿਆਦਾ ਹੁੰਦੀ ਹੈ, ਅਰਦਾਸ ਕਰਨ ਦਾ ਕੋਈ ਤਰੀਕਾ ਹੁੰਦਾ। ਅਰਦਾਸ ਅਸੀਂ ਕਿਵੇਂ ਕਰਨੀ ਆ? ਅਰਦਾਸ ਕਰਨ ਵਾਲਾ ਵਿਅਕਤੀ ਸੰਜੀਦਾ ਹੋਣਾ ਚਾਹੀਦਾ। ਅਰਦਾਸ ਖੁੱਲ੍ਹੀ ਕਵਿਤਾ ਨਹੀਂ ਵੀ ਉਹਦੇ ਵਿੱਚ ਜੋ ਮਰਜ਼ੀ ਸ਼ਾਮਲ ਕਰੀ ਜਾਓ। ਜਿਵੇਂ ਆਪਾਂ ਆਰਟੀਕਲ ਪੜ੍ਹਦੇ ਹੁੰਦੇ ਆ ਕਿ ਹੁਣ ਜੀ ਇੱਦਾਂ ਹੋਣਾ ਚਾਹੀਦਾ, ਹੁਣ ਆਹ ਹੋਣਾ ਚਾਹੀਦਾ। ਪਰ ਜਿਹੜੀਆਂ ਮੈਂ ਅਰਦਾਸਾਂ ਸੁਣੀਆਂ ਕੱਲ ਕਲਿੱਪ ਦੇ ਰੂਪ ਦੇ ਵਿੱਚ, ਉਸ ਮਾਮਲੇ ਦੇ ਉੱਤੇ ਹੁਣ ਇਹ ਵੀ ਪਤਾ ਲੱਗਾ ਕਿ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਹਦੇ ਵੱਲੋਂ ਇਹ ਆਪ ਮੁਹਾਰੀ ਅਰਦਾਸ ਬਣਾ ਕੇ ਕੀਤੀ ਗਈ ਹੈ। ਉਹ ਗੁਰਦੁਆਰਾ ਸਾਹਿਬ ਦੇ ਵਿੱਚ ਖੜਾ ਹੋਇਆ, ਜਿਵੇਂ ਕਿ ਅਸੀਂ ਸਾਰਿਆਂ ਨੇ ਵੀਡੀਓ ਦੇ ਵਿੱਚ ਵੇਖਿਆ, ਸ਼ਾਇਦ ਤੁਸੀਂ ਵੀ ਦੇਖਿਆ ਹੋਵੇ। ਉਹਦੇ ਵਿੱਚ ਬਹੁਤ ਸਾਰੇ ਲੋਕ ਵੀ ਨਜ਼ਰ ਆ ਰਹੇ ਵੀਡੀਓ ਦੇ ਵਿੱਚ। ਹੁਣ ਇਹ ਗੱਲ ਬੇਸ਼ੱਕ ਕਹੀ ਜਾਵੇ ਆਉਂਦੇ ਸਮੇਂ ਦੇ ਵਿੱਚ ਕਿ ਜੀ ਇਹ ਵਿਅਕਤੀ ਤਾਂ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਆ, ਪਰ ਇਹ ਨਹੀਂ ਗੱਲ ਕਹਿ ਸਕਦੇ ਕਿ ਜਿਹੜੇ ਮਗਰ ਖੜੇ ਆ ਹੱਥ ਜੋੜ ਕੇ ਉਹ ਸਾਰੇ ਵੀ ਪਰੇਸ਼ਾਨ ਆ। ਇਹ ਵਿਅਕਤੀ ਬਾਅਦ ਦੇ ਵਿੱਚ ਇੱਕ ਵੀਡੀਓ ਬਣਾ ਕੇ ਵੀ ਗੱਲ ਕਹਿਣਾ ਕਿ ਅੱਜ ਅਸੀਂ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਡਾਕਟਰ ਗੁਰਮੀਤ ਰਾਮ ਰਹੀਮ ਜਲਦ ਤੋਂ ਜਲਦ ਸੁਨਾਰੀਆ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਜਿਨ੍ਹਾਂ ਨੇ ਕਿ ਦਲਿਤ ਭਾਈਚਾਰੇ ਦੇ ਵਿੱਚੋਂ ਮੁੱਖ ਮੰਤਰੀ ਬਣਾਉਣ ਦਾ ਪੰਜਾਬ ਦੇ ਵਿੱਚ ਐਲਾਨ ਕੀਤਾ, ਉਹਨਾਂ ਦੀ ਚੜ੍ਹਦੀ ਕਲਾ ਤੇ ਦੇਹ ਅਰੋਗਤਾ ਦੇ ਲਈ ਮੈਂ ਅਰਦਾਸ ਕੀਤੀ ਹੈ। ਅਤੇ ਮੈਂ 3 ਪਿੰਡਾਂ ਦਾ ਸਰਪੰਚ ਆ। ਹੁਣ ਮੈਂ ਇਹ ਵੀ ਸੋਚੀ ਜਾਂਦਾ ਕਿ ਜੇਕਰ 3 ਪਿੰਡਾਂ ਦਾ ਸਰਪੰਚ ਇਹੋ ਜਿਹਾ ਤੇ ਫਿਰ ਵੋਟਰ ਵੀ ਉਹੋ ਜਿਹੇ ਹੋਣਗੇ। ਮਤਲਬ ਇਹ ਆ, ਹੈਰਾਨੀ ਹੁੰਦੀ ਹੈ ਇਸ ਗੱਲ ਦੇ ਉੱਤੇ ਵੀ ਇਹ ਕੀ ਕੁਝ ਇਸ ਵਕਤ ਚੱਲ ਰਿਹਾ। ਕੀ ਇਹ ਸ਼ਰਾਰਤ ਦੇ ਤੌਰ ਦੇ ਉੱਤੇ ਕੁਝ ਲੋਕਾਂ ਦੇ ਵੱਲੋਂ ਮਿਲ ਕੇ ਕੀਤਾ ਗਿਆ ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਆ? ਅਸੀਂ ਇਹ ਚਾਹੁੰਦੇ ਹਾਂ ਕਿ ਦਲਿਤ ਭਾਈਚਾਰੇ ਨੂੰ ਸਨਮਾਨ ਮਿਲੇ, ਦਲਿਤ ਭਾਈਚਾਰੇ ਨੂੰ ਜ਼ਿੰਦਗੀ ਦੇ ਵਿੱਚ ਹਰ ਤਰ੍ਹਾਂ ਦਾ ਮੌਕਾ ਮਿਲੇ। ਗੱਲ ਇਹ ਵੀ ਨਹੀਂ ਵੀ ਹੁਣ ਜਨਰਲ ਆ ਅਤੇ ਦਲਿਤ ਭਾਈਚਾਰਾ ਆ, ਅਸੀਂ ਤਾਂ ਬਰਾਬਰਤਾ ਦੀ ਗੱਲ ਕਰਦੇ ਹਾਂ। ਸਾਡੇ ਸੰਵਿਧਾਨ ਦੇ ਵਿੱਚ ਵੀ ਇਹ ਗੱਲ ਲਿਖੀ ਹੋਈ ਹੈ ਕਿ ਬਰਾਬਰਤਾ ਦੀ ਹੀ ਗੱਲ ਛਿੜਨੀ ਚਾਹੀਦੀ ਹੈ। ਪਰ ਕਿਉਂਕਿ ਰਾਜਨੀਤਿਕ ਲੋਕਾਂ ਨੇ ਹੀ ਵੰਡੀਆਂ ਪਾਈਆਂ, ਰਾਜਨੀਤਿਕ ਲੋਕਾਂ ਨੇ ਹੀ ਪੈਂਤੜੇਬਾਜ਼ੀਆਂ ਵਰਤੀਆਂ। ਇਹਨਾਂ ਨੂੰ ਅਸੀਂ ਆਹ ਕਹਿੰਦੇ ਹਾਂ, ਇਹਨਾਂ ਨੂੰ ਅਸੀਂ ਛੋਟੀ ਜਾਤ ਮੰਨਦੇ, ਇਹਨੂੰ ਅਸੀਂ ਵੱਡੀ ਜਾਤ ਮੰਨਦੇ, ਇਹਨਾਂ ਦੇ ਵੱਲੋਂ ਇਹ ਪਿੱਟਣੇ ਪਾਏ ਗਏ ਆ। ਪਰ ਅਸੀਂ ਬਹੁਤ ਸਨਮਾਨ ਕਰਦੇ ਦਲਿਤ ਭਾਈਚਾਰੇ ਦਾ, ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਹਰ ਮੌਕਾ ਮਿਲਣਾ ਚਾਹੀਦਾ। ਪਰ ਜਿਵੇਂ ਅਰਦਾਸ ਦੇ ਵਿੱਚ ਸ਼ਬਦਾਂ ਦੀ ਵਰਤੋਂ ਕੀਤੀ ਗਈ ਆ, ਉਹਦੇ ਉੱਤੇ ਹੈਰਾਨੀ ਜ਼ਰੂਰ ਹੋਈ ਆ। ਮੈਂ ਇੱਕ ਅਰਦਾਸ ਸੁਣੀ, ਉਹਦੇ ਵਿੱਚ ਇਹ ਗੱਲ ਕਹੀ ਜਾ ਰਹੀ ਆ, ਉੱਥੇ ਜਿਹੜਾ ਅਰਦਾਸ ਕਰਨ ਵਾਲਾ ਸਿੰਘ ਆ ਕਹਿੰਦਾ ਜੀ ਦੇਖੋ ਅਸੀਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਦਲਿਤ ਭਾਈਚਾਰੇ ਦੇ ਵਿੱਚੋਂ ਮੁੱਖ ਮੰਤਰੀ ਬਣਾਉਣ ਦੀ ਗੱਲ ਕੀਤੀ ਹੈ। ਇੱਧਰ ਪੰਜਾਬ ਦੀ ਸਰਕਾਰ ਤਾਂ ਇਕੱਲਾ ਖਜ਼ਾਨਾ ਖਾਲੀ ਹੋਣ ਦਾ ਪਿੱਟ ਸਿਆਪਾ ਕਰੀ ਜਾਂਦੀ ਹੈ, ਇੱਧਰ ਸਾਡੀ ਸਰਕਾਰ ਪੰਜਾਬ ਦੀ ਤਾਂ ਪਾਕਿਸਤਾਨ ਦੇ ਵਿੱਚ ਪੈਸੇ ਭੇਜੀ ਜਾਂਦੀ ਹੈ, ਇਹਨਾਂ ਦੇ ਕੋਲੇ ਕੁਝ ਹੁੰਦਾ ਹੀ ਨਹੀਂ। ਅਤੇ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਨੇ ਇਹ ਵੀ ਸਿਰਫ ਉਰਦੂ ਦੇ ਵਿੱਚ ਸ਼ੇਅਰ ਸੁਣਾਉਂਦੇ ਨੇ। ਅਸੀਂ ਉਹਨਾਂ ਸ਼ੇਅਰਾਂ ਦਾ ਕੀ ਕਰੀਏ, ਅਸੀਂ ਸੜਕਾਂ 'ਤੇ ਪਾਈਏ ਜਾਂ ਕੀ ਕਰੀਏ? ਆਹ ਗੱਲਾਂ ਅਰਦਾਸ ਦੇ ਵਿੱਚ ਕਰਨ ਵਾਲੀਆਂ। ਜਿਹੜੀ ਦੂਜੀ ਅਰਦਾਸ ਸੁਣੀ ਉਹਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਮੈਂ 3 ਪਿੰਡਾਂ ਦਾ ਜੀ ਸਰਪੰਚ ਆ ਅਤੇ ਮੇਰੇ ਕੋਲ ਜੀ ਵਕਤ ਨਹੀਂ ਲੱਗਿਆ ਗਾ ਚੋਣ ਪ੍ਰਚਾਰ ਕਰਨ ਦਾ, ਕਿਉਂਕਿ ਉਦੋਂ ਸ਼ਹੀਦੀ ਦਿਹਾੜਾ ਵੀ ਚੱਲਦਾ ਸੀ। ਪਰ ਉਸ ਵਕਤ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੇ ਕਿ ਸਾਜ਼ਿਸ਼ਾਂ ਰਚ ਕੇ ਅਤੇ ਗੁਰਮੀਤ ਰਾਮ ਰਹੀਮ ਹੋਰਾਂ ਨੂੰ ਫਸਾ ਦਿੱਤਾ, ਅਤੇ ਉਹਨਾਂ ਨੂੰ ਅਸੀਂ ਬਹੁਤ ਜਲਦ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚੋਂ ਛੁੱਟਣ ਦੀ ਅਰਦਾਸ ਕਰਦੇ ਹਾਂ। ਉਹ ਜਦੋਂ ਛੁੱਟ ਕੇ ਆ ਗਏ, ਅਸੀਂ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟਿਕਵਾਵਾਂਗੇ, ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗਰੀਬਾਂ ਲਈ ਘਰ ਬਣਵਾਵਾਂਗੇ। ਮਤਲਬ ਇਹ ਆ ਵੀ ਅਰਦਾਸਾਂ ਇਉਂ ਵੀ ਹੁੰਦੀਆਂ। ਜੇਕਰ ਅਤੀਤ ਦੇ ਵਿੱਚ ਤੁਸੀਂ ਪਿਛਾਂਹ ਨੂੰ ਝਾਤ ਮਾਰ ਕੇ ਦੇਖੋ, ਕਿਸੇ ਨੇ ਇੱਕ ਸ਼ਬਦ ਗਲਤ ਬੋਲਿਆ ਤਾਂ ਉਹਦੇ ਉੱਤੇ ਬਣਦੀ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਆ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਨੇਤਾ ਕਿਉਂ ਨਹੀਂ। ਪਰ ਇਹਦਾ ਮਤਲਬ ਇਹ ਆ ਕਿ ਅੱਜ ਅਰਦਾਸ ਦੇ ਵਿੱਚ ਆਹ ਗੱਲ ਛਿੜੀ ਆ ਅਤੇ ਕੱਲ੍ਹ ਨੂੰ ਕੋਈ ਕਹੂਗਾ ਜੀ ਕਿ ਮੈਂ ਸੱਜਣ ਕੁਮਾਰ ਦੀ ਚੜ੍ਹਦੀ ਕਲਾ ਦੇ ਲਈ ਵੀ ਅਰਦਾਸ ਕਰਦਾ, ਇਹ ਮੇਰੇ ਆਪਣੇ ਵਲਵਲੇ ਆ, ਮੈਨੂੰ ਠੀਕ ਲੱਗਦਾ। ਫਿਰ ਕੋਈ ਕਹੂਗਾ ਜਗਦੀਸ਼ ਟਾਈਟਲਰ ਦੇ ਲਈ ਮੈਂ ਆਪ ਅਰਦਾਸ ਕਰਦਾ, ਮੈਨੂੰ ਤਾਂ ਉਹ ਠੀਕ ਲੱਗਦਾ। ਕਹਿਣ ਦਾ ਭਾਵ ਇਹ ਹੈ ਜੀ ਕਿ ਇਸ ਵਕਤ ਅਰਦਾਸ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਆਪ ਮੁਹਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ, ਇਹਦੇ ਉੱਤੇ ਕਿੰਤੂ ਹੋਈ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ। ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਨਾਲ ਸੰਬੰਧਿਤ ਅਰਦਾਸ ਸਾਹਮਣੇ ਆਉਣ ਤੋਂ ਬਾਅਦ ਲੰਘੇ ਕੱਲ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਚੁੰਝ ਚਰਚਾ ਛਿੜੀ ਹੈ। ਦਰਅਸਲ ਸੋਸ਼ਲ ਮੀਡੀਆ ਦੇ ਉੱਤੇ ਇਸ ਅਰਦਾਸ ਦੀ ਕਲਿੱਪ ਆ ਜਿਹੜੀ ਬਹੁਤ ਵੱਡੇ ਪੱਧਰ 'ਤੇ ਵਾਇਰਲ ਹੋਈ। ਲੋਕਾਂ ਦੇ ਵੱਲੋਂ ਨਾ ਪੱਖੀ ਟਿੱਪਣੀਆਂ ਵੀ ਕੀਤੀਆਂ ਗਈਆਂ, ਪਰ ਕੁਝ ਕੁ ਲੋਕਾਂ ਨੇ ਕਿਹਾ ਕਿ ਇਹ ਵਿਅਕਤੀ ਦੇ ਮਨ ਦੇ ਵਲਵਲੇ ਨੇ, ਜੇਕਰ ਉਹ ਆਪਣੇ ਗੁਰੂ ਦੇ ਅੱਗੇ ਖੜੇ ਹੋ ਕੇ ਆਪਣੇ ਜਜ਼ਬਾਤ ਸਾਂਝੇ ਕਰ ਰਿਹਾ ਤਾਂ ਮਾੜੀ ਗੱਲ ਵੀ ਨਹੀਂ। ਕਹਿਣ ਦਾ ਭਾਵ ਇਹ ਹੈ ਕਿ ਸਭ ਤਰ੍ਹਾਂ ਦੀਆਂ ਟਿੱਪਣੀਆਂ ਮਿਲੀਆਂ ਨੇ, ਪਰ ਸਵਾਲਾਂ ਦਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਰਦਾਸ ਦੀ ਕੋਈ ਮਰਿਆਦਾ ਨਹੀਂ ਹੋਣੀ ਚਾਹੀਦੀ? ਕੀ ਅਰਦਾਸ ਦੇ ਵਿੱਚ ਆਪਣੀਆਂ ਹੀ ਗੱਲਾਂ ਸ਼ਾਮਲ ਕਰਨੀਆਂ ਠੀਕ ਨੇ? ਕੀ ਆਪਣੇ ਵਲਵਲਿਆਂ ਨੂੰ ਪੇਸ਼ ਕਰਦੇ ਕਰਦੇ ਅਸੀਂ ਅਰਦਾਸ ਦੀ ਮਰਿਆਦਾ ਨੂੰ ਦਰਕਿਨਾਰ ਕਰਾਂਗੇ? ਸੋ ਇਸ ਤੋਂ ਬਾਅਦ ਜੋ ਚਰਚਾ ਛਿੜੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਮਾਮਲੇ ਦੇ ਉੱਤੇ ਕੀ ਨੋਟਿਸ ਲੈਣਗੇ, ਵਕਤ ਬਿਆਨ ਕਰੇਗਾ।
ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਨਾਲ ਅਰਦਾਸ ਦੇ ਵਿੱਚ ਗੱਲਾਂ ਕੀਤੀਆਂ ਗਈਆਂ, ਮੈਨੂੰ ਨਿੱਜੀ ਤੌਰ ਦੇ ਉੱਤੇ ਦੁੱਖ ਹੋਇਆ। ਹਾਲਾਂਕਿ ਮੈਂ ਸਾਰੇ ਭਾਈਚਾਰਿਆਂ ਦਾ ਸਤਿਕਾਰ ਵੀ ਕਰਦਾ, ਸਾਰੇ ਧਰਮਾਂ ਦਾ ਸਤਿਕਾਰ ਵੀ ਕਰਦਾ, ਪਰ ਜੋ ਕੁਝ ਕੀਤਾ ਜਾ ਰਿਹਾ ਉਹਦੇ ਉੱਤੇ ਹੈਰਾਨੀ ਜ਼ਰੂਰ ਹੁੰਦੀ ਹੈ। ਹੁਣ ਜੇਕਰ ਕੱਲ੍ਹ ਨੂੰ ਕੋਈ ਇਹ ਗੱਲ ਕਵੇ ਜੀ ਕਿ ਇਹ ਤਾਂ ਬੰਦਾ ਠੀਕ ਨਹੀਂ, ਕਿਉਂਕਿ ਆਮ ਤੌਰ ਦੇ ਉੱਤੇ ਜਦੋਂ ਕੋਈ ਫਸ ਜਾਂਦਾ ਹੁੰਦਾ ਇਹੀ ਗੱਲ ਕਹੀ ਜਾਂਦੀ ਹੈ ਜੀ ਕਿ ਉਹਦਾ ਦਿਮਾਗੀ ਤਵਾਜ਼ਨ ਠੀਕ ਨਹੀਂ। ਇਹਦਾ ਮਤਲਬ ਇਹ ਹੈ ਕਿ ਜਿਹੜੇ ਮਗਰ ਸਾਰੇ ਲੋਕ ਖੜ੍ਹੇ ਆ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ, ਉਹਨਾਂ ਦਾ ਵੀ ਦਿਮਾਗੀ ਤਵਾਜ਼ਨ ਠੀਕ ਨਹੀਂ। ਜੇਕਰ ਇਹ ਬੰਦਾ ਠੀਕ ਨਹੀਂ, ਇਸ ਬੰਦੇ ਨੂੰ ਰੋਕਿਆ ਜਾ ਸਕਦਾ, ਪਰ ਜਿਹੜੇ ਮਗਰਲੇ ਆ ਜਿਸ ਤਰੀਕੇ ਦੇ ਨਾਲ ਉਹ ਹੱਥ ਜੋੜ ਕੇ ਨੀਵੀਂ ਪਾ ਕੇ ਸਾਰਾ ਕੁਝ ਸਰਵਣ ਕਰ ਰਹੇ ਆ, ਮਤਲਬ ਉਹ ਵੀ ਬਰਾਬਰ ਦੇ ਭਾਗੀਦਾਰ ਆ। ਸੋ ਇਸ ਵਕਤ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੀ ਫੈਸਲਾ ਲੈਣਗੇ ਇਹ ਤਾਂ ਵਕਤ ਬਿਆਨ ਕਰੂਗਾ, ਪਰ ਇਸ ਅਰਦਾਸ ਦੇ ਉੱਤੇ ਕਿੰਤੂ ਜ਼ਰੂਰ ਹੋਈ ਆ, ਬੜੇ ਵੱਡੇ ਪੱਧਰ ਦੇ ਉੱਤੇ ਚਰਚਾ ਛਿੜੀ ਹੈ। ਸੋ ਗੱਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦੇ ਸਤਿਕਾਰ ਦੀ ਵੀ ਹੈ ਤੇ ਅਰਦਾਸ ਦੇ ਸਨਮਾਨ ਦੀ ਤੇ ਮਰਿਆਦਾ ਦੀ ਵੀ ਹੈ। ਇਸ ਕਰਕੇ ਭਵਿੱਖ ਦੇ ਵਿੱਚ ਕੋਈ ਵੀ ਇਹੋ ਜਿਹੀਆਂ ਗੱਲਾਂ ਨਾ ਕਰੇ ਵੀ ਆਪ ਹੀ ਖੁੱਲੀ ਕਵਿਤਾ ਵਾਂਗੂ ਜਿੱਧਰ ਨੂੰ ਚਿੱਤ ਕਰਦਾ ਉਹਦੇ ਵਿੱਚ ਗੱਲਾਂ ਪਾ ਲਈਏ। ਜੇ ਉਹ ਨਹੀਂ ਕਰਦਾ, ਜਿਵੇਂ ਆਪਾਂ ਘਰ ਦੇ ਵਿੱਚ ਬੈਠ ਕੇ ਚੁੱਲ੍ਹੇ ਚੌਂਕੇ ਤੇ ਬੈਠ ਕੇ ਗੱਲਾਂ ਕਰਦੇ ਆ, ਜਿਵੇਂ ਡਰਾਇੰਗ ਰੂਮ 'ਚ ਬੈਠ ਕੇ ਗੱਲਾਂ ਕਰਦੇ ਆ, ਇਹ ਅਰਦਾਸ ਦੇ ਵਿੱਚ ਉਵੇਂ ਦੀਆਂ ਗੱਲਾਂ ਨਹੀਂ ਕੀਤੀਆਂ ਜਾਂਦੀਆਂ। ਅਰਦਾਸ ਦਾ ਕੋਈ ਮਨੋਰਥ ਆ, ਅਰਦਾਸ ਦਾ ਕੋਈ ਤਰੀਕਾ, ਅਰਦਾਸ ਦੇ ਵਿੱਚ ਕੋਈ ਸ਼ਰਧਾ, ਕੋਈ ਆਸਥਾ, ਪਰ ਜਿਸ ਤਰੀਕੇ ਦੇ ਨਾਲ ਪੇਸ਼ ਕੀਤੀ ਗਈ ਹੈ ਹਰ ਕੋਈ ਅਚੰਭਤ ਹੋਇਆ ਇਸ ਗੱਲ ਦੇ ਉੱਤੇ। ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨ ਪੌਣੇ 6 ਮਹੀਨਿਆਂ ਤੋਂ ਬਾਰਡਰਾਂ ਦੇ ਉੱਤੇ ਬੈਠੇ ਆ, ਪਰ ਕੇਂਦਰ ਦੀ ਸਰਕਾਰ ਤੇ ਉਹਨਾਂ ਦੇ ਹਮਖਿਆਲੀਆਂ ਵੱਲੋਂ ਜਾਂ ਜੋੜੀਦਾਰਾਂ ਦੇ ਵੱਲੋਂ ਜਿਨ੍ਹਾਂ ਦੇ ਨਾਲ ਉਹਨਾਂ ਦਾ ਗੱਠਜੋੜ ਚੱਲਦਾ, ਉਹ ਮੰਗਾਂ ਮੰਨਣ ਦੀ ਥਾਂ ਦੇ ਉੱਤੇ ਕਿਸਾਨਾਂ ਨੂੰ ਚਿੜਾਉਣ ਦਾ ਕੰਮ ਕਰ ਰਹੇ ਆ, ਜਿਵੇਂ ਕਿ ਲੰਘੇ ਕੱਲ੍ਹ ਦੁਸ਼ਯੰਤ ਚੌਟਾਲਾ ਦੇ ਵੱਲੋਂ ਕੀਤਾ ਗਿਆ। ਦੁਸ਼ਯੰਤ ਚੌਟਾਲਾ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਆਗੂ ਰਾਜ਼ੀ ਹੀ ਨਹੀਂ ਮਸਲੇ ਦਾ ਹੱਲ ਕਰਨ ਦੇ ਲਈ। ਇਹ ਉਹੀ ਚੌਟਾਲਾ ਹੋ ਰਹੀਆਂ ਜਿਨ੍ਹਾਂ ਦਾ ਇਸ ਵਕਤ ਹਰਿਆਣੇ ਦੇ ਕਿਸਾਨਾਂ ਨੇ ਬਾਹਰ ਨਿਕਲਣਾ ਦੁੱਭਰ ਕੀਤਾ ਹੋਇਆ, ਜਿਨ੍ਹਾਂ ਦੀ ਪਾਰਟੀ ਦੇ ਇੱਕ ਵਿਧਾਇਕ ਦੇ ਵੱਲੋਂ ਪਰਸੋਂ ਹੱਥ ਜੋੜ ਕੇ ਮਾਫੀਆਂ ਮੰਗੀਆਂ ਗਈਆਂ, ਲੇਲੜੀਆਂ ਕੱਢੀਆਂ ਗਈਆਂ ਜਨ ਨਾਇਕ ਜਨਤਾ ਪਾਰਟੀ ਦੇ ਉਸ ਵਿਧਾਇਕ ਦੇ ਵੱਲੋਂ, ਤੇ ਫਿਰ ਕਿਸਾਨਾਂ ਨੇ ਉਹਨੂੰ ਜਾਣ ਦਿੱਤਾ ਤੇ ਉਹਨਾਂ ਗੱਲਾਂ ਤੋਂ ਸਬਕ ਨਹੀਂ ਸਿੱਖ ਰਹੇ। ਚੌਟਾਲਾ ਹੋਰੀ ਕਹਿੰਦੇ ਜੀ ਕਿ ਇਸ ਵਕਤ ਕੇਂਦਰ ਦੀ ਸਰਕਾਰ ਤਾਂ ਆਪਣੀ ਥਾਂ ਤੇ ਠੀਕ ਹੈ ਤੇ ਕਿਸਾਨ ਹੀ ਜੇਕਰ ਮਸਲੇ ਦਾ ਹੱਲ ਨਹੀਂ ਚਾਹੁੰਦੇ, ਇਹ ਰਾਜਨੀਤਿਕ ਗੱਲਾਂ ਕਰਦੇ ਆ, ਤਾਂ ਫਿਰ ਇਸ ਮਸਲੇ ਦਾ ਕੋਈ ਹੱਲ ਨਹੀਂ ਜੇ ਨਿਕਲਣਾ। ਸੋ ਉਹਨਾਂ ਦੀ ਇਸ ਗੱਲ ਦੇ ਉੱਤੇ ਕਿਸਾਨਾਂ ਦਾ ਇਤਰਾਜ਼ ਉਠਾਉਣਾ ਸੁਭਾਵਿਕ ਵੀ ਹੈ ਤੇ ਕਿਸਾਨਾਂ ਨੂੰ ਗੁੱਸਾ ਆਉਣਾ ਵੀ ਕੁਦਰਤੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਹਰਿਆਣੇ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਕੇਂਦਰ ਦੇ 3 ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਦੀ ਅਗਵਾਈ ਕਰ ਰਹੇ 40 ਕਿਸਾਨ ਨੇਤਾਵਾਂ ਦੀ ਨੀਅਤ ਸਮੱਸਿਆ ਦਾ ਹੱਲ ਕਰਨਾ ਨਹੀਂ, ਸਗੋਂ ਆਪਣੇ ਹਿੱਤਾਂ ਦੀ ਪੂਰਤੀ ਕਰਨਾ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪਹਿਲਾਂ ਵੀ ਪ੍ਰਧਾਨ ਮੰਤਰੀ ਨੂੰ ਲਿਖਤੀ ਰੂਪ 'ਚ ਬੇਨਤੀ ਕੀਤੀ ਸੀ ਕਿ ਇੱਕ ਟੀਮ ਬਣਾਈ ਜਾਵੇ। ਕੇਂਦਰ ਨੇ 40 ਕਿਸਾਨ ਨੇਤਾਵਾਂ ਨੂੰ ਕਈ ਵਾਰ ਸੁਨੇਹੇ ਵੀ ਭੇਜੇ ਕਿ ਉਹਨਾਂ ਨੂੰ ਇਸ ਮਸਲੇ ਬਾਰੇ ਵਿਚਾਰ ਵਟਾਂਦਰੇ ਲਈ ਅੱਗੇ ਆਉਣਾ ਚਾਹੀਦਾ ਹੈ। ਚੌਟਾਲਾ ਨੇ ਕਿਹਾ ਕਿ 26 ਜਨਵਰੀ ਨੂੰ ਜਦੋਂ ਕਿਸਾਨਾਂ ਦੀ ਟਰੈਕਟਰ ਰੈਲੀ ਹੋਈ ਹੈ, ਇਹਨੂੰ ਤਕਰੀਬਨ 4 ਮਹੀਨੇ ਹੋ ਗਏ ਨੇ ਤੇ ਇਹਨਾਂ 40 ਨੇਤਾਵਾਂ ਨੇ ਹਜ਼ਾਰਾਂ ਲੋਕਾਂ ਨੂੰ ਵੱਖ-ਵੱਖ ਹੱਦਾਂ ਦੇ ਉੱਤੇ ਬਿਠਾਇਆ ਹੋਇਆ, ਪਰ ਉਹ ਗੱਲਬਾਤ ਵਾਸਤੇ ਅੱਗੇ ਨਹੀਂ ਆ ਰਹੇ। ਇਹ ਦਰਸਾਉਂਦਾ ਕਿ ਉਹਨਾਂ ਦਾ ਇਰਾਦਾ ਖੇਤੀਬਾੜੀ ਨੂੰ ਬਚਾਉਣਾ ਨਹੀਂ, ਬਲਕਿ ਆਪਣੇ ਹਿੱਤਾਂ ਦੀ ਪੂਰਤੀ ਕਰਨਾ। ਹਰਿਆਣੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ਜਨ ਨਾਇਕ ਜਨਤਾ ਪਾਰਟੀ ਦੇ ਨੇਤਾ ਚੌਟਾਲਾ ਨੇ ਕਾਂਗਰਸ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਤੇ ਰਾਜ ਦੀਆਂ ਹੋਰ ਛੋਟੀਆਂ ਪਾਰਟੀਆਂ ਇਸ ਅੰਦੋਲਨ ਰਾਹੀਂ ਰਾਜਨੀਤਿਕ ਰੋਟੀਆਂ ਸੇਕ ਰਹੀਆਂ ਨੇ। ਉਹਨਾਂ ਕਿਸਾਨ ਨੇਤਾਵਾਂ ਦੇ ਉੱਤੇ ਝੂਠ ਫੈਲਾਉਣ ਦਾ ਦੋਸ਼ ਵੀ ਲਾਇਆ ਕਿ ਮੰਡੀ ਬੰਦ ਹੋ ਜਾਵੇਗੀ, ਕਿਸਾਨ ਤਬਾਹ ਹੋ ਜਾਣਗੇ। ਉਹਨਾਂ ਮੌਜੂਦਾ ਫਸਲੀ ਖਰੀਦ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਪ੍ਰਕਿਰਿਆ ਆਸਾਨੀ ਨਾਲ ਮੁਕੰਮਲ ਹੋ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਬੀਜੇਪੀ ਦਾ ਤੇ ਇਹਨਾਂ ਦੇ ਨਾਲ ਮਿਲੀ ਹੋਈ ਕਿਸੇ ਵੀ ਗੱਠਜੋੜ ਵਾਲੀ ਪਾਰਟੀ ਦਾ ਨੇਤਾ ਕੋਈ ਨਾ ਕੋਈ ਚੌਥੇ ਕਰਨੇ ਗੱਲ ਕਹਿੰਦਾ किसान आप ही बात करने के लिए आगे नहीं आ रहे, किसान ही नहीं चाहते कि हम इस मसले का हल निकालें। हुण सवाल ये पैदा हुंदा भी किसान तो वार-वार मिन्नतां करदे, बेनतियां करदे आ भी ये दसो मीटिंग आपां कदों करनी आ, किहड़ी थां ते करनी आ, किन्नी तरीक नूं करनी आ, असीं हाज़र आ, तुसीं मसले दा हल करो, असीं घरां नूं जाईए। केंद्र दी सरकार दे वल्लों इस मसले ते ख्याल कोई नहीं कीता जा रिहा, पर जिवें चौटाला होरी कहंदे भी किसान अगे आ ही नहीं रहे। किसान हुण पੱਖੇ ਆਪਣੇ ਚੱਕ ਕੇ ਲੀੜਾ ਲੱਤਾ ਚੱਕ ਕੇ ਵਿਗਿਆਨ ਭਵਨ ਦੇ ਵਿੱਚ ਬੈਠ ਜਾਣ ਦਿੱਲੀ 'ਚ ਵੀ ਕਦੇ ਨਾ ਕਦੇ ਤਾਂ ਕੋਈ ਨਾ ਕੋਈ ਕੇਂਦਰ ਦਾ ਮੰਤਰੀ ਆਊਗਾ। ਉਹ ਬੁਲਾਉਂਦੇ ਨਹੀਂ ਤੇ ਜਾਣ ਕਿੱਥੇ, ਇਹ ਅੱਗੇ ਆ ਕੇ ਵੀ ਕਿੱਥੇ ਪਹੁੰਚਣ। ਇਹ 35 ਕਿਲੋਮੀਟਰ ਦੂਰ ਹੀ ਬੈਠੇ ਦਿੱਲੀ ਤੋਂ। ਇਹਨਾਂ ਨੂੰ ਇੱਕ ਵਾਰ ਤੁਸੀਂ ਕਹੋ, ਇਹ ਤਾਂ ਵਿਚਾਰੇ ਬੜੀ ਚਾਅ ਦੇ ਨਾਲ ਤੇ ਬੜੀ ਉਤਸੁਕਤਾ ਦੇ ਨਾਲ ਜਾਣਗੇ ਵੀ ਭਾਈ ਹੁਣ ਸਾਡੇ ਮਸਲੇ ਦਾ ਹੱਲ ਨਿਕਲਣ ਲੱਗਾ। ਸੋ ਇਸ ਵਕਤ ਮਸਲੇ ਦਾ ਹੱਲ ਕਰਨ ਦੀ ਥਾਂ ਦੇ ਉੱਤੇ ਕਿਸਾਨਾਂ ਨੂੰ ਤੜਪਾਉਣਾ, ਕਿਸਾਨਾਂ ਨੂੰ ਖਿਜਾਉਣਾ,
ਕਿਸਾਨਾਂ ਨੂੰ ਚੜਾਉਣਾ ਬੀਜੇਪੀ ਤੇ ਉਹਨਾਂ ਦੀਆਂ ਹਮਖਿਆਲੀ ਪਾਰਟੀਆਂ ਦਾ ਇੱਕਮਾਤਰ ਪ੍ਰੋਗਰਾਮ ਬਣ ਚੁੱਕਿਆ, ਜਿਹਦੇ ਕਰਕੇ ਕਿਸਾਨ ਇਹਨਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦਿੰਦੇ। ਇਹੋ ਜਿਹਾ ਬਿਆਨ ਦੇਣ ਦੇ ਬਾਵਜੂਦ ਜੇਕਰ ਚੌਟਾਲਾ ਹੋ ਰਹੀ ਹੈ ਗੱਲ ਕਹਿਣ ਵੀ ਕਿਸਾਨ ਪਤਾ ਨਹੀਂ ਕਿਹੜੀ ਗੱਲੋਂ ਸਾਨੂੰ ਘੇਰਾ ਪਾਉਂਦੇ ਆ, ਤਾਂ ਫਿਰ ਮਤਲਬ ਇਹਨਾਂ ਨੂੰ ਸਮਝ ਹੀ ਹੈ ਨਹੀਂ ਇਸ ਗੱਲ ਦੀ ਵੀ ਭਾਈ ਸਾਨੂੰ ਕਰਨਾ ਕੀ ਚਾਹੀਦਾ। ਇਹਨਾਂ ਨੇ ਕਿਸਾਨੀ ਦੇ ਹੱਕ ਦੇ ਵਿੱਚ ਖੜਨ ਦੀ ਥਾਂ ਦੇ ਉੱਤੇ ਬੀਜੇਪੀ ਦੇ ਹੱਕ ਦੇ ਵਿੱਚ ਖੜ ਕੇ ਤੇ ਉਹਨਾਂ ਦੇ ਹੱਕ ਦੇ ਵਿੱਚ ਭਰੋਸੇ ਦੀ ਵੋਟ ਦੇ ਕੇ ਤੇ ਸਰਕਾਰ ਬਚਾਈ ਹੈ। ਇਸ ਕਰਕੇ ਚਾਕਰੀ ਕਿਹਨੂੰ ਚੰਗੀ ਨਹੀਂ ਲੱਗਦੀ ਜਦੋਂ ਉਪ ਮੁੱਖ ਮੰਤਰੀ ਦੀ ਕੁਰਸੀ ਮਿਲੀ ਹੋਵੇ। ਚਾਹੀਦਾ ਇਹ ਹੈ ਕਿ ਅਸੀਂ ਅੰਨਦਾਤੇ ਦਾ ਸਤਿਕਾਰ ਕਰੀਏ, ਅੰਨਦਾਤੇ ਦੀਆਂ ਭਾਵਨਾਵਾਂ ਨੂੰ ਸਮਝੀਏ, ਅੰਨਦਾਤੇ ਦੀ ਵੱਧ ਤੋਂ ਵੱਧ ਮਦਦ ਕਰੀਏ। ਪਰ ਇਹ ਲੋਕ ਸਿਰਫ ਤੇ ਸਿਰਫ ਭਾਵੇਂ ਅੰਨਦਾਤਾ ਹੋਵੇ, ਭਾਵੇਂ ਵਪਾਰੀ ਹੋਵੇ, ਭਾਵੇਂ ਵਿਦਿਆਰਥੀ ਹੋਵੇ, ਭਾਵੇਂ ਕੋਈ ਹੋਰ ਹੋਵੇ, ਵੋਟ ਤੱਕ ਸੀਮਿਤ ਸਮਝਦੇ ਆ ਵੀ ਇਹਦੀ ਇੱਕ ਵੋਟ ਬਣੀ ਆ, ਇਸ ਤੋਂ ਵੱਧ ਕੇ ਕੁਝ ਵੀ ਨਹੀਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।